ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਮੋਨਿਕਾ ਹੈ। ਮੈਂ ਆਪਣੇ ਮਾਂ-ਬਾਪ ਦੀ ਇਕਲੌਤੀ ਧੀ ਹਾਂ। ਰੱਬ ਨੇ ਮੈਨੂੰ ਦਿਲ ਖੋਲ੍ਹ ਕੇ ਖੂਬਸੂਰਤ ਬਣਾਇਆ ਹੈ। ਅਸੀਂ ਬਹੁਤ ਗਰੀਬ ਸੀ ਅਤੇ ਇਸ ਦੀ ਇੱਕ ਵਜ੍ਹਾ ਸੀ ਕਿ ਮੇਰਾ ਬਾਪ ਜੁਆਰੀ ਸੀ। ਇਹ ਕੋਈ ਕੰਮ ਨਹੀਂ ਕਰਦੇ ਸੀ, ਬਸ ਜੂਆ ਖੇਡਦੇ ਰਹਿੰਦੇ, ਘਰ ਦਾ ਸਮਾਨ ਵੇਚਦੇ ਅਤੇ ਉਸ ਪੈਸੇ ਤੋਂ ਜੂਆ ਖੇਡਦੇ। ਹੌਲੀ-ਹੌਲੀ ਘਰ ਦਾ ਸਾਰਾ ਸਮਾਨ ਖਤਮ ਹੋ ਗਿਆ ਸੀ। ਘਰ ਵਿੱਚ ਟੁੱਟੇ-ਫੁੱਟੇ ਸਮਾਨ ਤੋਂ ਇਲਾਵਾ ਕੁਝ ਨਹੀਂ ਸੀ। ਕਦੇ-ਕਦੇ ਨਾ ਸਾਨੂੰ ਭੁੱਖੇ ਢਿੱਡ ਹੀ ਸੌਣਾ ਪੈਂਦਾ ਸੀ। ਸ਼ੁਰੂ ਵਿੱਚ ਮੇਰੀ ਮਾਂ ਨੇ ਮੇਰੇ ਪਾਪਾ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਆਪਸ ਵਿੱਚ ਦੋਨਾਂ ਦੀ ਲੜਾਈ ਵੀ ਹੁੰਦੀ ਸੀ ਤੇ ਮੇਰੇ ਪਾਪਾ ਕਦੇ-ਕਦੇ ਮੇਰੀ ਮਾਂ 'ਤੇ ਹੱਥ ਵੀ ਚੁੱਕ ਦਿੰਦੇ ਸਨ। ਇੱਕ ਵਾਰ ਮੇਰੇ ਪਾਪਾ ਨੇ ਮੇਰੀ ਮਾਂ ਨੂੰ ਇੰਨਾ ਕੁੱਟਿਆ ਕਿ ਮੇਰੇ ਤੋਂ ਵੀ ਦੇਖਿਆ ਨਾ ਗਿਆ। ਤੰਗ ਆ ਕੇ ਮੇਰੀ ਮਾਂ ਨੇ ਮੇਰੇ ਪਾਪਾ ਨੂੰ ਉਹਨਾਂ ਦੇ ਹਾਲ 'ਤੇ ਹੀ ਛੱਡ ਦਿੱਤਾ ਤੇ ਖੁਦ ਲੋਕਾਂ ਦੇ ਘਰ ਜਾ ਕੇ ਕੰਮ ਕਰਨ ਲੱਗੀ। ਉਹ ਲੋਕਾਂ ਦੇ ਘਰੇ ਸਾਫ਼-ਸਫਾਈ ਦਾ ਕੰਮ, ਲੋਕਾਂ ਦੇ ਜੂਠੇ ਭਾਂਡੇ ਮਾਂਜਦੀ। ਫਿਰ ਕਿਤੇ ਸ਼ਾਮ ਨੂੰ ਜਾ ਕੇ ਸਾਨੂੰ ਰੋਟੀ ਨਸੀਬ ਹੁੰਦੀ। ਪਰ ਮੇਰੀ ਮਾਂ ਜ਼ਿਆਦਾ ਦਿਨ ਸਾਡੇ ਨਾਲ ਨਹੀਂ ਰਹਿ ਸਕੀ। ਪਾਪਾ ਦਾ ਗਮ ਮਾਂ ਨੇ ਆਪਣੇ ਦਿਲ 'ਤੇ ਲਾ ਲਿਆ। ਹਾਰਟ ਅਟੈਕ ਆਇਆ ਤੇ ਸਾਨੂੰ ਛੱਡ ਕੇ ਚਲੀ ਗਈ। ਪਾਪਾ ਜਵਾਰੀ ਹੋਣ ਕਾਰਨ ਰਿਸ਼ਤੇਦਾਰਾਂ ਨੇ ਤਾਂ ਸਾਡੇ ਤੋਂ ਪਹਿਲਾਂ ਹੀ ਮੂੰਹ ਮੋੜ ਲਿਆ ਸੀ। ਪਾਪਾ ਦੀਆਂ ਗਲਤ ਹਰਕਤਾਂ ਦੇ ਕਰਕੇ ਨਾ ਕੋਈ ਸਾਨੂੰ ਆਪਣੇ ਘਰ ਬੁਲਾਉਂਦਾ ਸੀ ਤੇ ਨਾ ਹੀ ਕੋਈ ਸਾਡੇ ਘਰ ਆਉਂਦਾ ਸੀ। ਮਾਂ ਦੇ ਜਾਣ ਤੋਂ ਬਾਅਦ ਮੈਂ ਬਿਲਕੁਲ ਇਕੱਲੀ ਰਹਿ ਗਈ। ਪਾਪਾ ਵੀ ਪੂਰਾ ਦਿਨ ਘਰ ਤੋਂ ਗਾਇਬ ਰਹਿੰਦੇ। ਕਦੇ ਰੋਟੀ ਮਿਲ ਜਾਂਦੀ ਤੇ ਕਦੇ ਭੁੱਖੇ ਢਿੱਡ ਹੀ ਸੌਣਾ ਪੈਂਦਾ। ਅੱਜ ਵੀ ਮੈਂ ਘਰ ਵਿੱਚ ਬੈਠੀ ਮਾਂ ਨੂੰ ਯਾਦ ਕਰ ਰਹੀ ਸੀ। ਉਦੋਂ ਗੇਟ ਖੁੱਲ੍ਹਣ ਦੀ ਆਵਾਜ਼ ਆਈ ਤਾਂ ਸਾਹਮਣੇ ਦੇਖਿਆ ਪਾਪਾ ਸੀ। ਪਾਪਾ ਮੈਨੂੰ ਦੇਖ ਕੇ ਰੋਣ ਲੱਗ ਗਏ ਤੇ ਕਹਿਣ ਲੱਗੇ, ਮੋਨਿਕਾ ਪੁੱਤਰ, ਮੈਨੂੰ ਮਾਫ਼ ਕਰ ਦੇ, ਮੈਂ ਤੈਨੂੰ ਜੂਏ ਵਿੱਚ ਹਾਰ ਗਿਆ। ਪਾਪਾ ਦੀ ਗੱਲ ਸੁਣ ਕੇ ਮੇਰੇ ਸਿਰ 'ਤੇ ਅਸਮਾਨ ਡਿੱਗ ਪਿਆ। ਮੈਂ ਰੋਣ ਲੱਗੀ। ਮੇਰੇ ਦਿਮਾਗ ਵਿੱਚ ਸਿਰਫ ਪਾਪਾ ਦੇ ਸ਼ਬਦ ਗੂੰਜ ਰਹੇ ਸਨ, ਮੈਂ ਤੈਨੂੰ ਹਾਰ ਦਿੱਤਾ। ਪਾਪਾ ਕੁਝ ਹੋਰ ਵੀ ਕਹਿ ਰਹੇ ਸਨ, ਮੈਨੂੰ ਮਾਫ਼ ਕਰ ਦਿਓ। ਬਾਹਰ ਕੁਝ ਲੋਕ ਤੈਨੂੰ ਲੈਣ ਲਈ ਖੜ੍ਹੇ ਹਨ ਤਾਂ ਤੂੰ ਉਹਨਾਂ ਨਾਲ ਚਲੀ ਜਾ। ਮੈਂ ਆਪਣੇ ਪਾਪਾ ਨੂੰ ਖੂਨੀ ਨਜ਼ਰਾਂ ਨਾਲ ਦੇਖਿਆ, ਬੋਲੀ, ਪਾਪਾ ਮੈਂ ਸੋਚ ਵੀ ਨਹੀਂ ਸਕਦੀ ਕਿ ਤੁਸੀਂ ਇਸ ਹੱਦ ਤੱਕ ਡਿੱਗ ਜਾਓਗੇ ਤੇ ਆਪਣੀ ਧੀ ਨੂੰ ਹੀ ਜੂਏ ਵਿੱਚ ਦਾਅ 'ਤੇ ਲਗਾ ਦਿਓਗੇ। ਤੁਸੀਂ ਬਾਪ ਨਹੀਂ, ਕਸਾਈ ਹੋ। ਮੈਨੂੰ ਤੁਹਾਡੇ ਤੋਂ ਨਫ਼ਰਤ ਹੈ। ਪਾਪਾ ਮੈਂ ਦੁਬਾਰਾ ਤੁਹਾਡੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦੀ। ਮੇਰੇ ਪਾਪਾ ਹੱਥ ਜੋੜੇ ਮੇਰੇ ਸਾਹਮਣੇ ਖੜ੍ਹੇ ਸੀ। ਮੇਰੇ ਤੋਂ ਮਾਫ਼ੀ ਮੰਗ ਰਹੇ ਸਨ ਤੇ ਨਾਲ ਹੀ ਉਹ ਰੋ ਵੀ ਰਹੇ ਸੀ। ਪਰ ਮੈਨੂੰ ਉਹਨਾਂ ਦੇ ਰੋਣ ਦੀ ਕੋਈ ਪਰਵਾਹ ਨਹੀਂ ਸੀ। ਉਹਨਾਂ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ। ਆਪਣੀ ਧੀ ਨੂੰ ਜੂਏ ਵਿੱਚ ਹਾਰ ਬੈਠੇ। ਉਦੋਂ ਬਾਹਰ ਦਰਵਾਜ਼ੇ 'ਤੇ ਜ਼ੋਰ-ਜ਼ੋਰ ਨਾਲ ਖਟ-ਖਟ ਦੀਆਂ ਆਵਾਜ਼ਾਂ ਆਉਣ ਲੱਗੀਆਂ। ਬਾਹਰ ਉਹੀ ਲੋਕ ਦਰਵਾਜ਼ਾ ਕੁੱਟ ਰਹੇ ਸੀ ਜਿਨ੍ਹਾਂ ਨੇ ਜੂਏ ਵਿੱਚ ਮੈਨੂੰ ਜਿੱਤਿਆ ਸੀ ਤੇ ਉਹ ਕਹਿ ਰਹੇ ਸਨ, ਜਲਦੀ ਕਰੋ, ਸਾਡੇ ਕੋਲ ਸਮਾਂ ਨਹੀਂ ਹੈ, ਵਰਨਾ ਅਸੀਂ ਦਰਵਾਜ਼ਾ ਤੋੜ ਕੇ ਅੰਦਰ ਆ ਜਾਵਾਂਗੇ। ਮੇਰੀ ਨਫ਼ਰਤ ਭਰੀ ਨਜ਼ਰ ਪਹਿਲਾਂ ਦਰਵਾਜ਼ੇ 'ਤੇ ਪਈ ਤੇ ਫਿਰ ਆਪਣੇ ਪਾਪਾ 'ਤੇ। ਜੀ ਕਰਦਾ ਸੀ ਜਾਂ ਤਾਂ ਪਾਪਾ ਨੂੰ ਖਤਮ ਕਰਦਾ ਜਾਂ ਆਪਣੇ ਆਪ ਨੂੰ ਹੀ ਖਤਮ ਕਰ ਲਵਾਂ। ਪਾਪਾ ਫਿਰ ਬੋਲੇ, ਮੈਨੂੰ ਮਾਫ਼ ਕਰ ਦੇ, ਮੈਂ ਤੇਰਾ ਗੁਨਹਗਾਰ ਹਾਂ ਤੇ ਹੱਥ ਜੋੜ ਕੇ ਬਾਹਰ ਲੈ ਆਏ। ਬਾਹਰ ਦੋ ਮੁੰਡੇ ਖੜ੍ਹੇ ਸੀ ਜੋ ਸ਼ਕਲ ਤੋਂ ਹੀ ਬਦਮਾਸ਼ ਲੱਗ ਰਹੇ ਸੀ। ਪਾਪਾ ਨੇ ਮੇਰਾ ਹੱਥ ਉਹਨਾਂ ਮੁੰਡਿਆਂ ਦੇ ਹੱਥ ਵਿੱਚ ਦੇ ਦਿੱਤਾ ਅਤੇ ਉਹ ਮੈਨੂੰ ਲੈ ਕੇ ਗੱਡੀ ਵਿੱਚ ਬੈਠ ਗਏ। ਮੈਂ ਚੀਕਦੀ ਰਹੀ, ਪਾਪਾ ਪਾਪਾ ਕਹਿੰਦੀ ਰਹੀ। ਪਾਪਾ ਦਰਵਾਜ਼ੇ 'ਤੇ ਬੈਠੇ ਰਹੇ ਤੇ ਰੋਂਦੇ-ਰੋਂਦੇ ਉੱਥੇ ਹੀ ਢੇਰ ਹੋ ਗਏ। ਉਹ ਦੋਵੇਂ ਮੁੰਡੇ ਮੈਨੂੰ ਇੱਕ ਕੋਠੇ 'ਤੇ ਲੈ ਗਏ ਤੇ ਕੋਠੇ ਦੀ ਮਾਲਕਣ ਨੂੰ ਮੈਨੂੰ ਵੇਚ ਦਿੱਤਾ। ਉਹ ਪੈਸੇ ਲੈ ਕੇ ਖੁਸ਼ੀ-ਖੁਸ਼ੀ ਚਲੇ ਗਏ ਤਾਂ ਕੋਠੇ ਦੀ ਮਾਲਕਣ ਨੇ ਇੱਕ ਮੁੰਡੇ ਨੂੰ ਬੁਲਾਇਆ, ਰਾਜੂ, ਇਹਨੂੰ ਕੁੜੀਆਂ ਵਾਲੇ ਕਮਰੇ ਵਿੱਚ ਲੈ ਜਾਓ। ਅੱਜ ਤੋਂ ਇਹ ਇੱਥੇ ਹੀ ਰਹੇਗੀ। ਮਾਲਕਣ ਬੜੇ ਖੌਫਨਾਕ ਸ਼ਕਲ ਦੀ ਔਰਤ ਸੀ, ਪੂਰੀ ਮੋਟੀ ਡਾਢੀ, ਚਿਹਰਾ ਮੇਕਅਪ ਨਾਲ ਭਰਿਆ ਹੋਇਆ ਸੀ। ਮੈਂ ਡਰਦੀ ਉਸ ਮੁੰਡੇ ਨਾਲ ਕਮਰੇ ਵਿੱਚ ਆ ਗਈ। ਉੱਥੇ 6-7 ਕੁੜੀਆਂ ਹੋਰ ਵੀ ਮੌਜੂਦ ਸਨ। ਮੈਂ ਇੱਕ ਚਾਰਪਾਈ 'ਤੇ ਬੈਠ ਕੇ ਰੋਣ ਲੱਗੀ। ਸਾਰੀਆਂ ਕੁੜੀਆਂ ਮੈਨੂੰ ਅਜੀਬ ਨਜ਼ਰਾਂ ਨਾਲ ਘੂਰ ਰਹੀਆਂ ਸੀ। ਉਹਨਾਂ ਦੀਆਂ ਨਜ਼ਰਾਂ ਵਿੱਚ ਮੇਰੇ ਲਈ ਬਿਲਕੁਲ ਵੀ ਤਰਸ ਨਹੀਂ ਸੀ।
ਪਰ ਉਹਨਾਂ ਵਿੱਚੋਂ ਇੱਕ ਕੁੜੀ ਨੂੰ ਮੇਰੇ ਉੱਤੇ ਤਰਸ ਆ ਗਿਆ ਤੇ ਉੱਠ ਕੇ ਮੇਰੇ ਕੋਲ ਆਈ ਤੇ ਕਹਿਣ ਲੱਗੀ, ਭੈਣ, ਇੱਥੇ ਜੋ ਵੀ ਕੁੜੀ ਆਉਂਦੀ ਹੈ ਉਸ ਦਾ ਰੋਣਾ ਬੇਕਾਰ ਹੁੰਦਾ। ਇਸ ਲਈ ਤੂੰ ਨਾ ਰੋ ਤੇ ਧੀਰਜ ਨਾਲ ਕੰਮ ਲੈ। ਉਸ ਦੀ ਗੱਲ ਠੀਕ ਸੀ, ਪਰ ਮੈਂ ਕੀ ਕਰਦੀ। ਮੇਰਾ ਦਿਲ ਚਾਹ ਰਿਹਾ ਸੀ ਕਿ ਮੈਂ ਇੰਨਾ ਰੋਵਾਂ ਤੇ ਰੋਂਦੇ ਰੋਂਦੇ ਹੀ ਮੇਰੀ ਜਾਨ ਨਿਕਲ ਜਾਵੇ। ਮੇਰੇ ਬਾਪ ਨੇ ਮੈਨੂੰ ਜੂਏ ਵਿੱਚ ਹਾਰ ਦਿੱਤਾ ਸੀ। ਕਿਹੋ ਜਿਹਾ ਬਾਪ ਸੀ। ਖੈਰ, ਉਸ ਕੋਠੇ ਵਿੱਚ ਮੁਜਰੇ ਤੋਂ ਇਲਾਵਾ ਹੋਰ ਵੀ ਗਲਤ ਕੰਮ ਹੁੰਦਾ ਸੀ। ਉੱਥੇ ਜਿੰਨੀਆਂ ਵੀ ਕੁੜੀਆਂ ਸਨ ਸਭ ਗਲਤ ਧੰਦੇ ਵਿੱਚ ਪਈਆਂ ਹੋਈਆਂ ਸੀ। ਕੁਝ ਦੇਰ ਬਾਅਦ ਰਾਜੂ ਆਇਆ ਤੇ ਮੇਰੀ ਫੋਟੋ ਖਿੱਚ ਕੇ ਚਲਾ ਗਿਆ। ਮੈਂ ਉਸ ਕੁੜੀ ਤੋਂ ਪੁੱਛਿਆ ਕਿ ਰਾਜੂ ਨੇ ਮੇਰੀ ਫੋਟੋ ਕਿਉਂ ਖਿੱਚੀ ਤਾਂ ਉਹ ਕੁੜੀ ਕਹਿਣ ਲੱਗੀ, ਗਾਹਕ ਆਉਣਗੇ ਤਾਂ ਮਾਲਕਣ ਉਹਨਾਂ ਨੂੰ ਸਾਰੀਆਂ ਕੁੜੀਆਂ ਦੀਆਂ ਤਸਵੀਰਾਂ ਦਿਖਾਉਂਦੀ ਹੈ। ਜਿਸ ਗਾਹਕ ਨੂੰ ਜੋ ਕੁੜੀ ਵੀ ਪਸੰਦ ਆਵੇਗੀ ਉਹ ਉਸੇ ਨਾਲ ਰਾਤ ਗੁਜ਼ਾਰੇਗਾ। ਇਹ ਸੁਣ ਕੇ ਤਾਂ ਮੇਰੀ ਰੂਹ ਕੰਬ ਉੱਠੀ। ਸੋਚ ਕੇ ਹੀ ਮੈਨੂੰ ਘਿਣ ਆਉਣ ਲੱਗੀ। ਰਾਤ ਹੋਈ ਤਾਂ ਰਾਜੂ ਕਮਰੇ ਵਿੱਚ ਆਇਆ ਤੇ ਇੱਕ ਕੁੜੀ ਦਾ ਨਾਮ ਪੁਕਾਰਿਆ ਤਾਂ ਉਹ ਕੁੜੀ ਰਾਜੂ ਨਾਲ ਚਲੀ ਗਈ ਤੇ ਮੈਂ ਥਰ-ਥਰ ਕੰਬਦੀ ਰਹਿ ਗਈ। ਮੈਨੂੰ ਬਹੁਤ ਡਰ ਲੱਗ ਰਿਹਾ ਸੀ। ਰਾਜੂ ਆਵੇਗਾ ਤੇ ਮੇਰਾ ਹੀ ਨਾਮ ਪੁਕਾਰੇਗਾ। ਮੈਂ ਦਿਲ ਹੀ ਦਿਲ ਵਿੱਚ ਰੱਬ ਕੋਲੋਂ ਆਪਣੀ ਇੱਜ਼ਤ ਦੀ ਭੀਖ ਮੰਗ ਰਹੀ ਸੀ ਕਿ ਮੇਰੀ ਵਾਰੀ ਨਾ ਆ ਜਾਵੇ। ਰਾਜੂ ਥੋੜ੍ਹੀ ਥੋੜ੍ਹੀ ਦੇਰ ਬਾਅਦ ਆਉਂਦਾ ਤੇ ਕੁੜੀਆਂ ਦਾ ਨਾਮ ਪੁਕਾਰਦਾ ਤੇ ਚਲਾ ਜਾਂਦਾ। ਆਪਣਾ ਨਾਮ ਸੁਣ ਕੇ ਹਰ ਕੁੜੀ ਰਾਜੂ ਨਾਲ ਚਲੀ ਜਾਂਦੀ। ਹੌਲੀ ਹੌਲੀ ਕਰਕੇ ਅਖੀਰ ਵਿੱਚ ਮੈਂ ਇਕੱਲੀ ਬਚ ਗਈ। ਹੁਣ ਤਾਂ ਮੈਨੂੰ ਪੱਕਾ ਭਰੋਸਾ ਹੋ ਗਿਆ ਸੀ ਕਿ ਇਸ ਵਾਰ ਰਾਜੂ ਮੈਨੂੰ ਹੀ ਲੈ ਕੇ ਜਾਵੇਗਾ। ਇਸ ਖਿਆਲ ਨਾਲ ਹੀ ਮੈਂ ਕੰਬ ਉੱਠੀ। ਕਿਸੇ ਗੈਰ ਮਰਦ ਕੋਲ ਜਾਣ ਦੇ ਖਿਆਲ ਤੋਂ ਹੀ ਮੈਨੂੰ ਘਿਣ ਆ ਰਹੀ ਸੀ। ਸਾਰੀ ਰਾਤ ਗੁਜ਼ਰ ਗਈ ਤੇ ਮੈਂ ਰੱਬ ਦਾ ਸ਼ੁਕਰਾਨਾ ਕੀਤਾ ਕਿ ਉਸਨੇ ਮੇਰੀ ਇੱਜ਼ਤ ਬਚਾ ਲਈ। ਮੇਰੇ ਰੱਬ ਦੀ ਮੇਰੇ ਤੇ ਬਹੁਤ ਕਿਰਪਾ ਸੀ ਕਿ ਮੈਂ ਸਹੀ ਸਲਾਮਤ ਸੀ। ਅਣਜਾਣ ਜਗ੍ਹਾ ਸੀ, ਇਸ ਲਈ ਰਾਤ ਭਰ ਮੈਨੂੰ ਨੀਂਦ ਵੀ ਨਹੀਂ ਆਈ ਤੇ ਹਰ ਪਲ ਇਹ ਡਰ ਹੀ ਲੱਗਾ ਰਹਿੰਦਾ ਸੀ। ਸਵੇਰ ਹੋਈ ਤਾਂ ਸਾਰੀਆਂ ਕੁੜੀਆਂ ਵਾਰੀ-ਵਾਰੀ ਆ ਕੇ ਆਪਣੇ ਬਿਸਤਰ 'ਤੇ ਸੌਂ ਗਈਆਂ। ਸਾਰੀ ਰਾਤ ਜਾਗਣ ਦੀ ਵਜ੍ਹਾ ਕਰਕੇ ਮੈਨੂੰ ਵੀ ਨੀਂਦ ਆ ਗਈ ਸੀ, ਇਸ ਲਈ ਮੈਂ ਵੀ ਸੌਂ ਗਈ। ਸ਼ਾਮ ਹੋਈ ਤੇ ਮਾਲਕਣ ਕਮਰੇ ਵਿੱਚ ਆਈ ਤੇ ਬਹੁਤ ਹੀ ਗੁੱਸੇ ਨਾਲ ਬੋਲੀ, ਰਾਤ ਨੂੰ ਕਿਸ ਕੁੜੀ ਦੀ ਤਬੀਅਤ ਖਰਾਬ ਸੀ। ਅਸੀਂ ਸਾਰੀਆਂ ਨੇ ਇੱਕ ਦੂਜੇ ਵੱਲ ਦੇਖਿਆ। ਉਦੋਂ ਇੱਕ ਕੁੜੀ ਨੇ ਮੇਰੇ ਵੱਲ ਇਸ਼ਾਰਾ ਕਰਕੇ ਦੱਸਿਆ ਤਾਂ ਮਾਲਕਣ ਮੇਰੇ ਕੋਲ ਆਈ ਤੇ ਮੈਨੂੰ ਉੱਤੇ ਤੋਂ ਹੇਠਾਂ ਤੱਕ ਗੌਰ ਨਾਲ ਦੇਖਣ ਤੋਂ ਬਾਅਦ ਬੋਲੀ, ਦੇਖ ਕੁੜੀਏ, ਮੈਂ ਤੈਨੂੰ ਭਾਰੀ ਕੀਮਤ ਦੇ ਕੇ ਖਰੀਦਿਆ ਹੈ। ਤਬੀਅਤ ਦੀ ਖਰਾਬੀ ਦਾ ਬਹਾਨਾ ਨਹੀਂ ਚੱਲੇਗਾ। ਤੂੰ ਹਮੇਸ਼ਾ ਹੀ ਇੱਥੇ ਰਹਿਣਾ ਹੈ। ਮੈਂ ਜੋ ਕਹਾਂਗੀ ਉਹ ਤੈਨੂੰ ਕਰਨਾ ਪਵੇਗਾ, ਵਰਨਾ ਤੇਰੇ ਲਈ ਚੰਗਾ ਨਹੀਂ ਹੋਵੇਗਾ। ਤੇਰੀ ਭਲਾਈ ਇਸੇ ਵਿੱਚ ਹੈ ਕਿ ਰੋਣਾ ਧੋਣਾ ਛੱਡ ਦੇ, ਆਪਣੇ ਘਰ ਨੂੰ ਭੁੱਲ ਜਾ। ਮੈਂ ਉਸ ਔਰਤ ਸਾਹਮਣੇ ਹੱਥ ਜੋੜ ਦਿੱਤੇ ਤੇ ਉਸ ਦੀਆਂ ਮਿੰਨਤਾਂ ਕਰਨ ਲੱਗੀ, ਰੱਬ ਦੇ ਵਾਸਤੇ ਮੈਨੂੰ ਇੱਥੋਂ ਜਾਣ ਦਿਓ। ਮੈਂ ਇਸ ਤਰ੍ਹਾਂ ਦੀ ਕੁੜੀ ਨਹੀਂ ਹਾਂ। ਮੈਂ ਇੱਜ਼ਤਦਾਰ ਘਰਾਣੇ ਤੋਂ ਤਾਲੁਕ ਰੱਖਦੀ ਹਾਂ। ਮਾਲਕਣ ਨੇ ਗੁੱਸੇ ਭਰੀਆਂ ਨਜ਼ਰਾਂ ਨਾਲ ਮੈਨੂੰ ਘੂਰਿਆ। ਫਿਰ ਸਾਰੀਆਂ ਕੁੜੀਆਂ ਵੱਲ ਵੇਖ ਕੇ ਕਹਿਣ ਲੱਗੀ, ਇਹ ਸਾਰੀਆਂ ਕੁੜੀਆਂ ਵੀ ਇੱਜ਼ਤਦਾਰ ਘਰਾਣੇ ਤੋਂ ਤਾਲੁਕ ਰੱਖਦੀਆਂ ਹਨ। ਬਸ ਮੈਨੂੰ ਹੋਰ ਕੁਝ ਨਹੀਂ ਕਹਿਣਾ ਤੇ ਸੁਣਨਾ। ਅੱਜ ਰਾਤ ਬਹੁਤ ਹੀ ਸਪੈਸ਼ਲ ਗਾਹਕ ਆ ਰਿਹਾ ਹੈ। ਤੂੰ ਸਾਰੀਆਂ ਕੁੜੀਆਂ ਵਿੱਚੋਂ ਸਭ ਤੋਂ ਖੂਬਸੂਰਤ ਅਤੇ ਘੱਟ ਉਮਰ ਵੀ। ਉਸ ਨੂੰ ਵੀ ਖੂਬਸੂਰਤ ਅਤੇ ਘੱਟ ਉਮਰ ਕੁੜੀਆਂ ਪਸੰਦ ਹਨ, ਇਸ ਲਈ ਚੰਗੀ ਤਰ੍ਹਾਂ ਤਿਆਰ ਹੋ ਜਾਓ। ਰਾਜੂ ਤੈਨੂੰ ਨਵਾਂ ਸੂਟ ਲਿਆ ਕੇ ਦੇ ਦੇਵੇਗਾ। ਫਿਰ ਉਹ ਦੂਜੀਆਂ ਕੁੜੀਆਂ ਨੂੰ ਵੀ ਚੰਗੀ ਤਰ੍ਹਾਂ ਤਿਆਰ ਹੋਣ ਲਈ ਕਹਿ ਕੇ ਚਲੀ ਗਈ। ਮੈਂ ਬਿਸਤਰ 'ਤੇ ਬਹਿ ਕੇ ਫੁੱਟ-ਫੁੱਟ ਕੇ ਆਪਣੀ ਕਿਸਮਤ ਉੱਤੇ ਰੋਣ ਲੱਗੀ। ਰਾਜੂ ਨੇ ਮੈਨੂੰ ਇੱਕ ਨਵਾਂ ਸੂਟ ਲਿਆ ਕੇ ਦੇ ਦਿੱਤਾ, ਜਿਸ ਨੂੰ ਮੈਂ ਪਾ ਲਿਆ ਤੇ ਮੈਂ ਤਿਆਰ ਹੋਣਾ ਨਹੀਂ ਚਾਹੁੰਦੀ ਸੀ। ਪਰ ਇੱਕ ਕੁੜੀ ਨੇ ਦੱਸਿਆ ਕਿ ਜੋ ਕੁੜੀ ਮਾਲਕਣ ਦੀ ਗੱਲ ਨਹੀਂ ਮੰਨਦੀ ਉਹ ਉਸ ਨੂੰ ਡੰਡਿਆਂ ਨਾਲ ਕੁੱਟਦੀ ਹੈ। ਮੈਂ ਡਰ ਗਈ ਸੀ। ਮੈਂ ਤਿਆਰ ਹੋ ਕੇ ਇੱਕ ਜਗ੍ਹਾ 'ਤੇ ਬੈਠ ਗਈ। ਇਹ ਸੱਚ ਸੀ ਕਿ ਉੱਥੇ ਜਿੰਨੀਆਂ ਵੀ ਕੁੜੀਆਂ ਸਨ, ਮੈਂ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਖੂਬਸੂਰਤ ਅਤੇ ਘੱਟ ਉਮਰ ਸੀ। ਇਸ ਲਈ ਜਦੋਂ ਵੀ ਮੈਂ ਤਿਆਰ ਹੋ ਕੇ ਬੈਠੀ ਤਾਂ ਸਾਰੀਆਂ ਕੁੜੀਆਂ ਮੈਨੂੰ ਘੂਰ ਰਹੀਆਂ ਸੀ। ਰਾਤ ਹੋਈ ਤਾਂ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ। ਰਾਜੂ ਕਮਰੇ ਵਿੱਚ ਆ ਕੇ ਕੁੜੀ ਦਾ ਨਾਮ ਪੁਕਾਰਦਾ ਤੇ ਉਹ ਕੁੜੀ ਉਸ ਨਾਲ ਚਲੀ ਜਾਂਦੀ। ਮਾਲਕਣ ਦੀ ਗੱਲ ਮੇਰੇ ਦਿਮਾਗ ਵਿੱਚ ਗੂੰਜ ਰਹੀ ਸੀ ਕਿ ਅੱਜ ਰਾਤ ਖਾਸ ਗਾਹਕ ਆ ਰਿਹਾ ਹੈ। ਸ਼ਾਇਦ ਉਹ ਮੈਨੂੰ ਪਸੰਦ ਕਰ ਲਵੇ
ਤੇ ਮੈਨੂੰ ਉਸ ਦੇ ਨਾਲ ਰਾਤ ਗੁਜ਼ਾਰਨੀ ਪਵੇ। ਮੈਂ ਅੰਦਰ ਹੀ ਅੰਦਰ ਕੰਬਦੀ ਰਹੀ। ਕਦੇ-ਕਦੇ ਮਾਤਾ-ਪਿਤਾ ਦੇ ਭੈੜੇ ਕਰਮ ਔਲਾਦ ਨੂੰ ਭੁਗਤਣੇ ਪੈਂਦੇ ਹਨ। ਉਹਨਾਂ ਦੀਆਂ ਕਾਲੀਆਂ ਕਰਤੂਤਾਂ ਦੇ ਦਾਗ ਔਲਾਦ ਦੇ ਦਾਮਨ 'ਤੇ ਲੱਗ ਜਾਂਦੇ ਹਨ। ਮੇਰੀ ਮਾਂ ਤਾਂ ਬਹੁਤ ਚੰਗੀ ਸੀ, ਬਹੁਤ ਹੀ ਧੀਰਜ ਵਾਲੀ ਔਰਤ ਸੀ, ਪਰ ਮੇਰਾ ਬਾਪ ਚੰਗਾ ਨਹੀਂ ਸੀ। ਮਾਂ ਮੈਨੂੰ ਦੱਸਿਆ ਕਰਦੀ ਸੀ ਕਿ ਤੇਰੇ ਪਾਪਾ ਵਿਆਹ ਤੋਂ ਪਹਿਲਾਂ ਠੀਕ ਸਨ, ਵਿਆਹ ਤੋਂ ਬਾਅਦ ਹੀ ਉਹਨਾਂ ਨੂੰ ਜੂਏ ਦੀ ਇਹ ਭੈੜੀ ਆਦਤ ਲੱਗੀ ਸੀ। ਜਦੋਂ ਉਹ ਘਰ ਦਾ ਸਾਰਾ ਸਮਾਨ ਵੇਚ ਚੁੱਕੇ ਸਨ ਤਾਂ ਮਾਂ ਦੇ ਪੈਸਿਆਂ 'ਤੇ ਉਹਨਾਂ ਦੀ ਲਾਲ ਟਪਕਣ ਲੱਗੀ ਸੀ। ਮਾਂ ਜਦੋਂ ਇੱਧਰ-ਉੱਧਰ ਕੰਮ ਕਰਕੇ ਪੈਸੇ ਘਰ ਲੈ ਕੇ ਆਉਂਦੀ ਤਾਂ ਉਹ ਪੈਸੇ ਲੈ ਲੈਂਦੇ ਅਤੇ ਜੂਆ ਖੇਡਣ ਚਲੇ ਜਾਂਦੇ। ਮਾਂ ਉਹਨਾਂ ਨੂੰ ਲੱਖ ਸਮਝਾਉਂਦੀ ਕਿ ਆਪਣੀ ਇਹ ਗਲਤ ਆਦਤ ਛੱਡ ਦਿਓ, ਇਹ ਹਰਾਮ ਦੀ ਕਮਾਈ ਹੈ ਅਤੇ ਇਹ ਸਾਡੇ ਘਰ ਨੂੰ ਬਰਬਾਦ ਕਰ ਦੇਵੇਗੀ। ਤੁਹਾਡੀ ਗਲਤ ਆਦਤਾਂ ਦੀ ਵਜ੍ਹਾ ਕਰਕੇ ਮੋਨਿਕਾ ਦਾ ਰਿਸ਼ਤਾ ਵੀ ਕਿਤੇ ਨਹੀਂ ਹੋ ਪਾਵੇਗਾ। ਕੋਈ ਵੀ ਸਾਡੇ ਘਰ ਆਉਣਾ ਪਸੰਦ ਨਹੀਂ ਕਰਦਾ। ਫਿਰ ਸਾਡੀ ਧੀ ਨੂੰ ਆਪਣੇ ਘਰ ਦੀ ਨੂੰਹ ਬਣਾ ਕੇ ਕੋਈ ਵੀ ਕਿਉਂ ਲੈ ਕੇ ਜਾਵੇਗਾ? ਪਰ ਮੇਰੇ ਪਾਪਾ ਨੂੰ ਕੋਈ ਵੀ ਗੱਲ ਸਮਝ ਨਹੀਂ ਆਉਂਦੀ ਸੀ। ਜੇ ਮਾਂ ਜ਼ਿਆਦਾ ਕੁਝ ਕਹਿੰਦੀ ਤਾਂ ਪਾਪਾ ਉਸ ਉੱਤੇ ਹੱਥ ਚੁੱਕਦੇ। ਮੈਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਪਾਪਾ ਮੇਰੇ ਨਾਲ ਅਜਿਹਾ ਕਰ ਸਕਦੇ ਹਨ। ਜੇਕਰ ਮੈਨੂੰ ਪਹਿਲਾਂ ਥੋੜ੍ਹੀ ਜਿਹੀ ਵੀ ਭਿਣਕ ਲੱਗ ਜਾਂਦੀ ਤਾਂ ਮੈਂ ਉੱਥੋਂ ਭੱਜ ਜਾਂਦੀ। ਇਸ ਕੋਠੇ 'ਤੇ ਮੇਰਾ ਦਮ ਘੁੱਟਦਾ ਸੀ। ਹਰ ਪਲ ਆਪਣੀ ਇੱਜ਼ਤ ਦੀ ਚਿੰਤਾ ਲੱਗੀ ਰਹਿੰਦੀ ਸੀ। ਮੈਂ ਇੱਥੋਂ ਨਿਕਲ ਕੇ ਭੱਜ ਜਾਣਾ ਚਾਹੁੰਦੀ ਸੀ। ਕਦੇ-ਕਦੇ ਤਾਂ ਸੋਚਦੀ ਕਿ ਆਪਣੇ ਆਪ ਨੂੰ ਖਤਮ ਕਰ ਲਵਾਂ, ਕਿਉਂਕਿ ਇਸ ਜ਼ਿੰਦਗੀ ਤੋਂ ਤਾਂ ਮੌਤ ਹੀ ਚੰਗੀ ਸੀ। ਪਰ ਮਰਨ ਤੋਂ ਪਹਿਲਾਂ ਮੈਂ ਉੱਥੋਂ ਭੱਜਣ ਦੀ ਕੋਸ਼ਿਸ਼ ਜ਼ਰੂਰ ਕਰਨਾ ਚਾਹੁੰਦੀ ਸੀ। ਇੱਥੋਂ ਭੱਜਣਾ ਬਹੁਤ ਮੁਸ਼ਕਲ ਸੀ। ਕੋਠੇ ਦੀ ਮਾਲਕਣ ਨੇ ਬਾਹਰ ਗੇਟ 'ਤੇ 2 ਪਹਿਰੇਦਾਰ ਲਗਾ ਰੱਖੇ ਸਨ। 2 ਪਹਿਰੇਦਾਰ ਦਿਨ ਨੂੰ ਪਹਿਰਾ ਦਿੰਦੇ ਤੇ 2 ਰਾਤ ਨੂੰ। ਇੱਥੋਂ ਨਿਕਲਣ ਦਾ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਸੀ। ਹੌਲੀ-ਹੌਲੀ ਕਰਕੇ ਮੈਨੂੰ ਇੱਥੇ ਆਏ ਹੋਏ 1 ਹਫ਼ਤਾ ਹੋ ਗਿਆ ਸੀ, ਪਰ ਹੁਣ ਤੱਕ ਮੈਂ ਵੀ ਕਿਸੇ ਵੀ ਗਾਹਕ ਨੂੰ ਪਸੰਦ ਨਹੀਂ ਆਈ ਸੀ। ਮੈਂ ਪੂਰੀ ਰਾਤ ਇਸ ਡਰ ਵਿੱਚ ਜਾਗਦੀ ਰਹਿੰਦੀ ਕਿ ਕਿਤੇ ਕੋਈ ਮੈਨੂੰ ਪਸੰਦ ਨਾ ਕਰ ਲਵੇ, ਪਰ ਪੂਰੀ ਰਾਤ ਨਿਕਲ ਜਾਂਦੀ। ਰਾਜੂ ਮੈਨੂੰ ਬੁਲਾਉਣ ਨਾ ਆਉਂਦਾ। ਸਵੇਰੇ ਜਾ ਕੇ ਕਿਤੇ ਮੇਰੀ ਅੱਖ ਲੱਗਦੀ। ਕਮਰੇ ਦੀਆਂ ਸਾਰੀਆਂ ਕੁੜੀਆਂ ਵੀ ਹੈਰਾਨ ਸਨ। ਉਹ ਸਾਰੀਆਂ ਕੁੜੀਆਂ ਮੇਰੇ ਬਾਰੇ ਕਾਨਾਫੂਸੀ ਕਰਨ ਲੱਗੀਆਂ। ਮੈਂ ਉਹਨਾਂ ਕੁੜੀਆਂ ਦੀਆਂ ਗੱਲਾਂ ਸੁਣਦੀ ਅਤੇ ਇੱਕ ਕੰਨ ਤੋਂ ਸੁਣ ਕੇ ਦੂਜੇ ਕੰਨ ਵਿੱਚੋਂ ਕੱਢ ਦਿੰਦੀ। ਜੋ ਕੁਝ ਹੋ ਰਿਹਾ ਸੀ ਮੇਰੇ ਲਈ ਤਾਂ ਚੰਗਾ ਹੀ ਹੋ ਰਿਹਾ ਸੀ, ਪਰ ਮੈਂ ਹੈਰਾਨ ਤਾਂ ਵੀ ਸੀ। ਆਖਿਰ ਇਹ ਸਭ ਮਾਮਲਾ ਕੀ ਸੀ? ਮੈਨੂੰ ਆਪਣੇ ਘਰ ਦੀ ਬਹੁਤ ਯਾਦ ਆਉਂਦੀ। ਘਰੇ ਰੁੱਖੀ ਸੁੱਖੀ ਮਿਲਦੀ ਸੀ, ਪਰ ਉਹ ਰੋਟੀ ਇੱਜ਼ਤ ਦੀ ਰੋਟੀ ਹੁੰਦੀ ਸੀ। ਆਪਣੀ ਮਾਂ ਨੂੰ ਯਾਦ ਕਰਕੇ ਕਦੇ-ਕਦੇ ਮੈਂ ਚੀਖ-ਚੀਖ ਕੇ ਰੋਣ ਲੱਗਦੀ ਸੀ। ਜਦੋਂ ਵੀ ਮੈਂ ਰੋਂਦੀ ਤਾਂ ਰਾਜੂ ਮੈਨੂੰ ਤਰਸ ਭਰੀਆਂ ਨਜ਼ਰਾਂ ਨਾਲ ਦੇਖਦਾ ਸੀ। ਰਾਜੂ ਨੂੰ ਦੇਖ ਕੇ ਲੱਗਦਾ ਸੀ ਕਿ ਜਿਵੇਂ ਉਹ ਮਜਬੂਰੀ ਵਿੱਚ ਇੱਥੇ ਕੰਮ ਕਰਦਾ ਹੋਵੇ, ਵਰਨਾ ਉਹ ਬਹੁਤ ਹੀ ਭਲਾ ਇਨਸਾਨ ਲੱਗਦਾ ਸੀ। ਇੱਕ ਦਿਨ ਮੈਂ ਸੋਚਿਆ ਕਿਉਂ ਨਾ ਮਾਲਕਿਨ ਨਾਲ ਗੱਲ ਕਰਾਂ ਕਿ ਉਹ ਮੈਨੂੰ ਇੱਥੋਂ ਜਾਣ ਦੇਵੇ। ਮੈਂ ਇੱਥੇ ਜਾ ਕੇ ਕੋਈ ਕੰਮ ਕਰਾਂਗੀ ਅਤੇ ਹੌਲੀ-ਹੌਲੀ ਕਰਕੇ ਉਸ ਦੇ ਸਾਰੇ ਪੈਸੇ ਉਤਾਰ ਦੇਵਾਂਗੀ। ਪਰ ਮੇਰੀ ਗੱਲ ਸੁਣ ਕੇ ਮਾਲਕਿਨ ਹੱਸਣ ਲੱਗੀ। ਮੈਂ ਤੈਨੂੰ ਮੂਰਖ ਨਜ਼ਰ ਆਉਂਦੀ ਹਾਂ ਜੋ ਤੈਨੂੰ ਇੱਥੋਂ ਜਾਣ ਦੇਵਾਂ। ਤੂੰ ਮੇਰੇ ਲਈ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਆਂ। ਇੰਨੀ ਸੌਖੀ ਤਰ੍ਹਾਂ ਕਿਵੇਂ ਛੱਡ ਸਕਦੀ ਹਾਂ? ਮੈਂ ਰੋਂਦੀ ਰਹੀ, ਉਸ ਦੀਆਂ ਮਿੰਨਤਾਂ ਕਰਦੀ ਰਹੀ। ਮੈਂ ਰੋਂਦੀ ਹੋਈ ਵਾਪਸ ਆਪਣੇ ਕਮਰੇ ਵਿੱਚ ਆ ਗਈ। ਉਸ ਰਾਤ ਰਾਜੂ ਸਾਰੀਆਂ ਕੁੜੀਆਂ ਨੂੰ ਇੱਕ-ਇੱਕ ਕਰਕੇ ਬੁਲਾ ਕੇ ਲੈ ਗਿਆ। ਮੈਂ ਇਕੱਲੀ ਆਪਣੇ ਕਮਰੇ ਵਿੱਚ ਸੀ। ਮੈਂ ਕਮਰੇ ਦੇ ਬਾਹਰ ਖਿੜਕੀ ਵਿੱਚ ਦੇਖਣ ਲੱਗੀ। ਮੈਂ ਦੇਖਿਆ ਕਿ ਰਾਜੂ ਇੱਕ ਤਸਵੀਰ ਇੱਕ ਆਦਮੀ ਨੂੰ ਦਿਖਾ ਰਿਹਾ ਸੀ। ਉਹ ਆਦਮੀ ਤਾਂ ਮੇਰੇ ਹੀ ਮੁਹੱਲੇ ਦਾ ਸੀ। 50 ਸਾਲ ਦੀ ਉਮਰ ਹੋਵੇਗੀ ਤੇ ਜਵਾਨ ਬੇਟੀਆਂ ਦਾ ਬਾਪ ਸੀ। ਪੂਰੇ ਮੁਹੱਲੇ 'ਚ ਆਪਣੀ ਸ਼ਰਾਫਤ ਦੀ ਵਜ੍ਹਾ ਨਾਲ ਮਸ਼ਹੂਰ ਸੀ, ਪਰ ਅੱਜ ਉਸ ਦੀ ਸ਼ਰਾਫਤ ਦੀ ਪੋਲ ਖੁੱਲ੍ਹ ਗਈ ਸੀ। ਮੈਂ ਡਰ ਦੇ ਮਾਰੇ ਵਾਪਸ ਬੈੱਡ 'ਤੇ ਆ ਗਈ ਤੇ ਰੱਬ ਨੂੰ ਯਾਦ ਕਰਨ ਲੱਗੀ, ਹੇ ਰੱਬਾ, ਅੱਜ ਮੇਰੀ ਇੱਜ਼ਤ ਫਿਰ ਤੋਂ ਬਚਾ ਲੈ। ਇੰਝ ਹੀ ਕਰਕੇ ਅੱਧਾ ਘੰਟਾ ਗੁਜ਼ਰ ਗਿਆ। ਉਹ ਆਦਮੀ ਅੰਦਰ ਨਹੀਂ ਆਇਆ। ਮੈਂ ਥੋੜ੍ਹੀ ਦੇਰ ਬਾਅਦ ਬਾਹਰ ਜਾ ਕੇ ਦੇਖਿਆ ਤਾਂ ਰਾਜੂ ਬਾਹਰ ਬਰਾਂਡੇ ਵਿੱਚ ਕੁਰਸੀ 'ਤੇ ਬੈਠਾ ਹੋਇਆ ਸੀ। ਮੈਂ ਰਾਜੂ ਕੋਲ ਜਾ ਕੇ ਪੁੱਛਿਆ ਕਿ ਉਹ ਆਦਮੀ ਕੌਣ ਸੀ। ਰਾਜੂ ਮੇਰੇ ਵੱਲ ਦੇਖ ਕੇ ਬੋਲਿਆ, ਤੂੰ ਕੀ ਕਰੇਂਗੀ ਜਾਣ ਕੇ? ਇੱਥੇ ਤਾਂ ਹਰ ਰੋਜ਼ ਕੋਈ ਨਾ ਕੋਈ ਨਵਾਂ ਹੀ ਆਉਂਦਾ।
ਉਹ ਵੀ ਇੱਕ ਗਾਹਕ ਸੀ। ਤੇਰੀ ਵੀ ਤਸਵੀਰ ਦਿਖਾਈ ਤਾਂ ਕਹਿਣ ਲੱਗਾ, ਮੈਂ ਤਾਂ ਇਸ ਕੁੜੀ ਨੂੰ ਜਾਣਦਾ ਹਾਂ, ਇਹ ਕੁੜੀ ਇੱਥੇ ਕੋਠੇ ਤੱਕ ਕਿਵੇਂ ਪਹੁੰਚੀ? ਤਾਂ ਮੈਂ ਉਸ ਨੂੰ ਦੱਸਿਆ ਕਿ ਉਸ ਦੇ ਬਾਪ ਨੇ ਉਸ ਨੂੰ ਵੇਚ ਦਿੱਤਾ ਹੈ। ਕੋਠੇ ਉੱਤੇ ਇਸ ਸਮੇਂ ਤੂੰ ਹੀ ਆਖਰੀ ਕੁੜੀ ਬਚੀ ਸੀ, ਪਰ ਉਸ ਨੇ ਤੇਰੇ ਨਾਲ ਰਹਿਣ ਤੋਂ ਮਨਾ ਕਰ ਦਿੱਤਾ ਤੇ ਚਲਿਆ ਗਿਆ। ਮੈਂ ਸਕੂਨ ਦਾ ਸਾਹ ਲਿਆ, ਪਰ ਇੱਕ ਦਿਨ ਮੇਰੇ 'ਤੇ ਵੀ ਇਹ ਕਾਲਾ ਦਿਨ ਆ ਹੀ ਗਿਆ। ਰਾਜੂ ਮੇਰੀ ਬਾਂਹ ਫੜ ਕੇ ਮੈਨੂੰ ਇੱਕ ਕਮਰੇ ਵਿੱਚ ਛੱਡ ਆਇਆ ਤੇ ਕਹਿਣ ਲੱਗਿਆ, ਤੂੰ ਉਸ ਮੁੰਡੇ ਨਾਲ ਗੱਲ ਕਰ ਲੈ। ਮੈਂ ਗੁੱਸੇ ਨਾਲ ਕਿਹਾ, ਮੈਂ ਕਿਸੇ ਨਾਲ ਗੱਲ ਨਹੀਂ ਕਰਨੀ, ਪਰ ਉਹ ਮੈਨੂੰ ਕਮਰੇ ਵਿੱਚ ਛੱਡ ਕੇ ਚਲਾ ਗਿਆ। ਮੈਂ ਧੜਕਦੇ ਹੋਏ ਦਿਲ ਨਾਲ ਤੇ ਕੰਬਦੇ ਪੈਰਾਂ ਨਾਲ ਕਮਰੇ ਵਿੱਚ ਪੈਰ ਰੱਖਿਆ। ਉਹ ਜੋ ਕੋਈ ਵੀ ਸੀ ਦਰਵਾਜ਼ੇ ਵੱਲ ਪਿੱਠ ਕਰੀ ਖੜਾ ਸੀ। ਮੈਂ ਉਸ ਦੇ ਪਿੱਛੇ ਜਾ ਕੇ ਖੜੀ ਹੋ ਗਈ। ਜਦੋਂ ਉਹ ਮੁੜਿਆ ਤਾਂ ਉਹਨੂੰ ਦੇਖ ਕੇ ਮੇਰੀ ਜਾਨ ਹੀ ਨਿਕਲ ਗਈ। ਉਹ ਤਾਂ ਰਵੀ ਸੀ, ਮੇਰੇ ਮਾਂ ਦੀ ਦੂਰ ਦੀ ਰਿਸ਼ਤੇਦਾਰੀ ਵਿੱਚੋਂ। ਜਦੋਂ ਮੇਰੀ ਮਾਂ ਜਿਉਂਦੀ ਸੀ ਤਾਂ ਉਸਨੇ ਆਪਣਾ ਰਿਸ਼ਤਾ ਮੇਰੇ ਲਈ ਭੇਜਿਆ ਸੀ, ਪਰ ਉਸ ਸਮੇਂ ਮੈਂ ਆਪਣੀ ਖੂਬਸੂਰਤੀ ਦੇ ਨਸ਼ੇ ਵਿੱਚ ਚੂਰ ਸੀ ਅਤੇ ਮੈਂ ਰਵੀ ਦਾ ਰਿਸ਼ਤਾ ਮੋੜ ਦਿੱਤਾ ਸੀ, ਕਿਉਂਕਿ ਰਵੀ ਦਾ ਐਕਸੀਡੈਂਟ ਵਿੱਚ ਇੱਕ ਪੈਰ ਖਰਾਬ ਹੋ ਗਿਆ ਸੀ। ਉਹ ਲੰਗੜਾ ਕੇ ਚੱਲਦਾ ਸੀ। ਮੈਂ ਇਹ ਕਹਿ ਕੇ ਰਿਸ਼ਤਾ ਠੁਕਰਾ ਦਿੱਤਾ ਸੀ ਕਿ ਭਲੇ ਹੀ ਅਸੀਂ ਗਰੀਬ ਹਾਂ, ਪਰ ਮਾਂ ਮੈਂ ਕਦੇ ਕਿਸੇ ਲੰਗੜੇ ਨਾਲ ਵਿਆਹ ਨਹੀਂ ਕਰਾਂਗੀ। ਮਾਂ ਨੇ ਮੈਨੂੰ ਉਸ ਸਮੇਂ ਬਹੁਤ ਸਮਝਾਇਆ ਸੀ ਕਿ ਮੋਨਿਕਾ, ਤੇਰੇ ਬਾਪ ਦੀਆਂ ਜੋ ਹਰਕਤਾਂ ਹਨ ਉਹਨਾਂ ਨੂੰ ਦੇਖਦੇ ਹੋਏ ਇਹ ਰਿਸ਼ਤਾ ਬਹੁਤ ਚੰਗਾ ਹੈ। ਤੂੰ ਬਹੁਤ ਸੌਖੀ ਰਹੇਂਗੀ। ਰਵੀ ਤੈਨੂੰ ਬਹੁਤ ਪਿਆਰ ਕਰਦਾ ਹੈ ਤੇ ਸ਼ਾਇਦ ਇਹ ਸੱਚ ਵੀ ਸੀ। ਰਵੀ ਮੈਨੂੰ ਬਹੁਤ ਪਿਆਰ ਕਰਦਾ ਸੀ। ਜਦੋਂ ਮੈਂ ਉਸ ਦਾ ਰਿਸ਼ਤਾ ਠੁਕਰਾ ਦਿੱਤਾ ਤਾਂ ਉਹ ਮੇਰੇ ਕੋਲ ਆਇਆ ਸੀ ਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਸੀ। ਉਸ ਨੇ ਕਿਹਾ ਸੀ, ਮੋਨਿਕਾ, ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ, ਮੈਂ ਤੈਨੂੰ ਪੂਰੀ ਜ਼ਿੰਦਗੀ ਖੁਸ਼ ਰੱਖੂੰਗਾ। ਪਰ ਮੈਂ ਉਸ ਦੀ ਨਹੀਂ ਸੁਣੀ। ਅੱਜ ਰਵੀ ਨੂੰ ਸਾਹਮਣੇ ਖੜਾ ਦੇਖ ਕੇ ਮੇਰੇ ਗੁੱਸੇ ਦੀ ਸੀਮਾ ਨਹੀਂ ਰਹੀ। ਮੈਂ ਉਸ ਉੱਤੇ ਜ਼ੋਰ ਨਾਲ ਝਪਟ ਪਈ ਤੇ ਗੁੱਸੇ ਵਿੱਚ ਕਿਹਾ, ਰਵੀ, ਤੂੰ ਤਾਂ ਬਹੁਤ ਸ਼ਰੀਫ ਬਣਦਾ ਸੀ, ਮੇਰੀ ਮੁਹੱਬਤ ਦਾ ਦਮ ਭਰਦਾ ਸੀ ਅਤੇ ਅੱਜ ਆਪਣੀ ਹਵਸ ਮਿਟਾਉਣ ਲਈ ਇੱਥੋਂ ਤੱਕ ਚਲਾ ਆਇਆ। ਮੈਂ ਗੁੱਸੇ ਨਾਲ ਰਵੀ ਨੂੰ ਝੰਜੋੜ ਦਿੱਤਾ। ਰਵੀ ਨੇ ਮੈਨੂੰ ਮੋਢਿਆਂ ਤੋਂ ਫੜਦੇ ਹੋਏ ਕਿਹਾ, ਹੋਸ਼ ਵਿੱਚ ਆ ਮੋਨਿਕਾ, ਮੈਂ ਤੈਨੂੰ ਇੱਥੋਂ ਬਚਾਉਣ ਆਇਆ ਹਾਂ। ਰਵੀ ਦੀ ਗੱਲ ਸੁਣ ਕੇ ਮੈਂ ਉੱਥੇ ਹੀ ਖੜੀ ਰਹਿ ਗਈ। ਫਿਰ ਰਵੀ ਨੇ ਦੱਸਣਾ ਸ਼ੁਰੂ ਕੀਤਾ, ਇੱਕ ਦਿਨ ਤੇਰੇ ਮੁਹੱਲੇ ਵਾਲਿਆਂ ਨੇ ਮੈਨੂੰ ਦੱਸਿਆ ਕਿ ਮੋਨਿਕਾ ਨੂੰ ਉਸਦੇ ਪਿਤਾ ਨੇ ਵੇਚ ਦਿੱਤਾ। ਮੈਂ ਤੈਨੂੰ ਲੱਭਣਾ ਸ਼ੁਰੂ ਕੀਤਾ। ਇੱਕ ਦਿਨ ਤੇਰੇ ਮੁਹੱਲੇ ਵਿੱਚੋਂ 50 ਸਾਲ ਦਾ ਅੰਕਲ ਜੋ ਆਇਆ ਸੀ, ਉਹ ਵੀ ਮੇਰੀ ਮਦਦ ਕਰ ਰਿਹਾ ਸੀ ਤੈਨੂੰ ਇੱਥੋਂ ਬਾਹਰ ਕੱਢਣ ਲਈ। ਉਸ ਰਾਜੂ ਨੂੰ ਮੇਰੇ ਪੈਸੇ ਦਿੱਤੇ ਹੋਏ ਸੀ ਤਾਂ ਕਿ ਉਹ ਤੈਨੂੰ ਕਿਸੇ ਨਾਲ ਵੀ ਮਿਲਾ ਨਾ ਸਕੇ। ਜੇ ਕੋਈ ਵੀ ਫੋਟੋ ਦੇਖ ਕੇ ਤੈਨੂੰ ਪਸੰਦ ਕਰਦਾ ਸੀ, ਰਾਜੂ ਉਸ ਨੂੰ ਕਹਿ ਦਿੰਦਾ ਸੀ ਕਿ ਉਸ ਕੁੜੀ ਨੂੰ ਏਡਜ਼ ਹੈ, ਇਹ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਕੱਟ ਰਹੀ ਹੈ, ਇਸ ਲਈ ਕੋਈ ਵੀ ਗਾਹਕ ਤੈਨੂੰ ਪਸੰਦ ਨਹੀਂ ਕਰਦਾ ਸੀ। ਹੌਲੀ ਹੌਲੀ ਕਰਕੇ ਇੰਜ ਦਿਨ ਗੁਜ਼ਰ ਰਹੇ ਸਨ ਅਤੇ ਤਦ ਤੱਕ ਮੈਂ ਤੈਨੂੰ ਬਾਹਰ ਕੱਢਣ ਦੀ ਤਰਕੀਬ ਸੋਚਣ ਲੱਗਾ। ਚੱਲ ਛੇਤੀ ਕਰ, ਹੁਣ ਤੂੰ ਦੇਰ ਨਾ ਲਾ। ਰਾਜੂ ਨੇ ਆਪਣੇ ਭੱਜਣ ਦਾ ਇੰਤਜ਼ਾਮ ਪੂਰਾ ਕਰ ਦਿੱਤਾ ਤੇ ਅੱਜ ਮੈਂ ਤੈਨੂੰ ਇੱਥੇ ਲੈਣ ਆਇਆ ਹਾਂ। ਰਾਜੂ ਨੇ ਮਾਲਕਣ ਦੀ ਚਾਹ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ। ਉਹ ਸਵੇਰ ਤੋਂ ਪਹਿਲਾਂ ਨਹੀਂ ਉੱਠੇਗੀ। ਹੁਣ ਸਾਨੂੰ ਪਰੇਸ਼ਾਨੀ ਗੇਟ ਉੱਤੇ ਪਹਿਰਾ ਦਿੰਦੇ ਪਹਿਰਾਦਾਰਾਂ ਦੀ ਹੈ। ਮੈਂ ਰਵੀ ਦੀਆਂ ਗੱਲਾਂ ਸੁਣ ਰਹੀ ਸੀ ਤੇ ਦਿਲ ਹੀ ਦਿਲ ਵਿੱਚ ਸ਼ਰਮਿੰਦਾ ਹੋ ਰਹੀ ਸੀ। ਜਿਸ ਇਨਸਾਨ ਨੂੰ ਮੈਂ ਇੱਕ ਛੋਟੀ ਜਿਹੀ ਕਮੀ ਕਾਰਨ ਠੁਕਰਾ ਦਿੱਤਾ ਸੀ, ਅੱਜ ਉਹ ਮੇਰੀ ਖਾਤਰ ਇੰਨਾ ਵੱਡਾ ਕਦਮ ਚੁੱਕਣ ਆ ਗਿਆ ਸੀ, ਇੱਥੋਂ ਤੱਕ ਕਿ ਆਪਣੀ ਜਾਨ ਨੂੰ ਵੀ ਜੋਖਮ ਵਿੱਚ ਪਾ ਦਿੱਤਾ ਸੀ। ਮੈਂ ਰੋਂਦੇ ਹੋਏ ਰਵੀ ਦੇ ਗਲ ਲੱਗ ਗਈ ਤੇ ਬੋਲੀ, ਰਵੀ, ਮੈਨੂੰ ਮਾਫ਼ ਕਰ ਦਿਓ, ਮੈਂ ਤੁਹਾਨੂੰ ਪਹਿਚਾਣ ਨਹੀਂ ਸਕੀ। ਤੁਸੀਂ ਬਹੁਤ ਚੰਗੇ ਇਨਸਾਨ ਹੋ, ਪਰ ਮੈਂ ਬਹੁਤ ਬੁਰੀ ਹਾਂ। ਮੈਂ ਤਾਂ ਤੁਹਾਡੇ ਪਿਆਰ ਦੇ ਕਾਬਿਲ ਵੀ ਨਹੀਂ। ਰਵੀ ਮੈਨੂੰ ਕੁਝ ਕਹਿਣ ਹੀ ਲੱਗਿਆ ਸੀ ਕਿ ਇੰਨੇ ਨੂੰ ਰਾਜੂ ਅੰਦਰ ਆ ਗਿਆ। ਉਸਨੇ ਆ ਕੇ ਕਿਹਾ, ਮਾਲਕਿਨ ਸੌਂ ਗਈ ਹੈ ਤੇ ਇੱਕ ਪਹਿਰੇਦਾਰ ਬਾਥਰੂਮ ਵਿੱਚ ਹੈ ਤੇ ਦੂਜੇ ਨੂੰ ਮੈਂ ਗੱਲਾਂ ਵਿੱਚ ਉਲਝਾਉਂਦਾ ਹਾਂ, ਤੁਸੀਂ ਛੇਤੀ ਨਾਲ ਨਿਕਲ ਜਾਓ। ਮੈਂ ਰਾਜੂ ਦਾ ਧੰਨਵਾਦ ਕੀਤਾ। ਮੈਂ ਕਿਹਾ, ਰਾਜੂ, ਮੈਂ ਤੁਹਾਡੇ ਇਸ ਅਹਿਸਾਨ ਦਾ ਬਦਲਾ ਪੂਰੀ ਜ਼ਿੰਦਗੀ ਨਹੀਂ ਚੁਕਾ ਸਕਦੀ। ਰਾਜੂ ਨੇ ਮੇਰੇ ਸਿਰ ਉੱਤੇ ਹੱਥ ਰੱਖਿਆ ਤੇ ਕਿਹਾ,
ਮੈਂ ਜੋ ਕੁਝ ਵੀ ਕਰਦਾ ਹਾਂ ਮਜਬੂਰੀ ਕਰਕੇ ਕਰਦਾ ਹਾਂ। ਮੈਂ ਤੈਨੂੰ ਆਪਣੀ ਛੋਟੀ ਭੈਣ ਮੰਨਿਆ ਹੈ ਤੇ ਭੈਣ ਭਰਾਵਾਂ ਦੇ ਅਹਿਸਾਨ ਨਹੀਂ ਚੁਕਾਉਂਦੀਆਂ। ਰਾਜੂ ਦੀ ਗੱਲ ਸੁਣ ਕੇ ਮੈਂ ਮੁਸਕਰਾ ਪਈ। ਰਾਜੂ ਨੇ ਕਿਹਾ, ਹੁਣ ਜਲਦੀ ਕਰੋ, ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੈ। ਰਵੀ ਮੇਰਾ ਹੱਥ ਫੜ ਕੇ ਗੇਟ ਵੱਲ ਵੱਧ ਗਿਆ ਤੇ ਰਾਜੂ ਦੇ ਉਸ ਪਹਿਰੇਦਾਰ ਨੂੰ ਗੱਲਾਂ ਵਿੱਚ ਉਲਝਾ ਲਿਆ। ਅਸੀਂ ਉੱਥੋਂ ਕੋਠੇ ਤੋਂ ਬਾਹਰ ਆ ਗਏ। ਕੋਠੇ ਤੋਂ ਬਾਹਰ ਆ ਕੇ ਮੈਨੂੰ ਲੱਗਿਆ ਜਿਵੇਂ ਮੈਨੂੰ ਨਵੀਂ ਜ਼ਿੰਦਗੀ ਮਿਲ ਗਈ ਹੋਵੇ। ਮੇਰੇ ਪੈਰ ਖੁਸ਼ੀ ਦੇ ਮਾਰੇ ਜ਼ਮੀਨ ਉੱਤੇ ਨਹੀਂ ਲੱਗ ਰਹੇ ਸੀ। ਰਵੀ ਮੇਰਾ ਹੱਥ ਫੜ ਕੇ ਚੱਲਦਾ ਜਾ ਰਿਹਾ ਸੀ। ਮੈਨੂੰ ਅਜਿਹਾ ਲੱਗ ਰਿਹਾ ਸੀ ਜਿਵੇਂ ਹੁਣ ਮੇਰੀ ਜ਼ਿੰਦਗੀ ਵਿੱਚ ਕੋਈ ਦੁੱਖ ਨਹੀਂ, ਕੋਈ ਡਰ ਨਹੀਂ, ਕੋਈ ਪਰੇਸ਼ਾਨੀ ਨਹੀਂ। ਰਵੀ ਦਾ ਸਾਥ ਮੈਨੂੰ ਸੁਰੱਖਿਆ ਦੇ ਰਿਹਾ ਸੀ, ਅਜਿਹੀ ਸੁਰੱਖਿਆ ਜਿਸ ਨੂੰ ਤੋੜ ਕੇ ਸਮਾਜ ਦੇ ਗੰਦੇ ਭੇੜੀਏ ਅੰਦਰ ਨਹੀਂ ਆ ਸਕਦੇ ਸੀ। ਰਵੀ ਮੈਨੂੰ ਇੱਕ ਕਿਰਾਏ ਦੇ ਮਕਾਨ ਵਿੱਚ ਲੈ ਗਿਆ। ਉੱਥੇ ਜਾ ਕੇ ਮੈਂ ਆਪਣੇ ਪਾਪਾ ਬਾਰੇ ਪੁੱਛਿਆ ਤਾਂ ਰਵੀ ਨੇ ਮੈਨੂੰ ਜੋ ਖਬਰ ਸੁਣਾਈ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਦੁੱਖ ਮਨਾਵਾਂ ਜਾਂ ਖੁਸ਼ੀ ਮਨਾਵਾਂ। ਰਵੀ ਨੇ ਦੱਸਿਆ ਕਿ ਤੇਰੇ ਪਾਪਾ ਨੇ ਤੈਨੂੰ ਵੇਚਣ ਤੋਂ ਬਾਅਦ ਆਪਣੇ ਜੂਏ ਦੀ ਭੈੜੀ ਆਦਤ ਨਹੀਂ ਛੱਡੀ। ਇੱਕ ਵਾਰ ਕੁਝ ਜਵਾਰੀਆਂ ਦੀ ਆਪਸ ਵਿੱਚ ਲੜਾਈ ਹੋ ਗਈ ਤੇ ਉਹ ਤੇਰੇ ਪਾਪਾ ਨੂੰ ਮਾਰਨ ਲੱਗੇ। ਉਸ ਦੇ ਸਿਰ ਵਿੱਚ ਸੱਟ ਲੱਗ ਗਈ ਤੇ ਉਹ ਉੱਥੇ ਹੀ ਮਰ ਗਿਆ। ਇਹ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਕੁਝ ਬੂੰਦਾਂ ਮੇਰੀਆਂ ਗੱਲਾਂ 'ਤੇ ਆ ਗਈਆਂ, ਪਰ ਮੈਂ ਉਹਨਾਂ ਨੂੰ ਬਹੁਤ ਹੀ ਬੇਦਰਦੀ ਨਾਲ ਸਾਫ਼ ਕਰ ਦਿੱਤਾ, ਕਿਉਂਕਿ ਅਜਿਹੇ ਪਿਤਾ ਤੋਂ ਤਾਂ ਬਿਨਾਂ ਪਿਤਾ ਦੇ ਹੋਣਾ ਹੀ ਚੰਗਾ ਸੀ। ਬਾਪ ਤਾਂ ਆਪਣੀਆਂ ਧੀਆਂ ਲਈ ਆਪਣੀ ਜਾਨ ਵੀ ਕੁਰਬਾਨ ਕਰ ਦਿੰਦੇ ਹਨ, ਪਰ ਮੇਰੇ ਬਾਪ ਨੇ ਤਾਂ ਮੇਰੀ ਹੀ ਕੁਰਬਾਨੀ ਦੇ ਦਿੱਤੀ ਸੀ। ਥੋੜ੍ਹੇ ਟਾਈਮ ਬਾਅਦ ਮੈਂ ਤੇ ਰਵੀ ਨੇ ਉਸ ਦੇ ਮਾਪਿਆਂ ਦੀ ਸਹਿਮਤੀ ਨਾਲ ਵਿਆਹ ਕਰਵਾ ਲਿਆ ਤੇ ਹੁਣ ਸਾਡੇ 2 ਬੱਚੇ ਹਨ। ਰਵੀ ਨੇ ਮੈਨੂੰ ਇੰਨਾ ਪਿਆਰ ਤੇ ਸਨਮਾਨ ਦਿੱਤਾ ਕਿ ਕਦੇ-ਕਦੇ ਤਾਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਜਾਂਦੇ ਹਨ।